ਜਦੋਂ ਸ਼ਬਦਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਸ਼ਬਦਾਂ ਦੇ ਸੌਦਾਗਰ ਬਹੁਤ ਨੇ, ਪਰ ਉਹਨਾਂ ਦੇ ਵਿੱਚੋਂ ਬਹੁਤ ਗਿਣੇ ਚੁਣੇ ਇੱਦਾਂ ਦੇ ਹੁੰਦੇ ਨੇ ਜਿਹੜੇ ਲੋਕਾਂ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ। ਕਿਸਾਨ ਅੰਦੋਲਨ ਦੇ ਵਿੱਚ ਗੀਤ ਲਿਖੇ ਤੇ ਹੁਣ ਬੰਦੀ ਸਿੰਘ ਵਾਲੇ ਵੀ ਗੀਤ ਲਿਖੇ। ਮੈਂ ਕਹਿੰਦਾ ਵੀ ਉਹ ਅਕਾਲ ਪੁਰਖ ਦੀ ਸਾਨੂੰ ਇੱਕ ਮੱਤ ਸੀ ਵੀ ਸਾਨੂੰ ਇੱਕ ਹਾਂ ਦਾ ਨਾਰਾ ਮਾਰਨਾ ਚਾਹੀਦਾ ਤਾਂ ਜੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਜੀਆਂ ਰੂਹਾਂ ਦੇ ਵਿੱਚ ਕਹਿ ਲਓ ਵੀ ਇੱਕ ਜਾਗਰਤੀ ਭਰੀ ਜਾਵੇ, ਅਸੀਂ ਉਹਨਾਂ ਨੂੰ ਜੋਸ਼ ਵੰਡ ਸਕੀਏ। ਸੈਂਟਰ ਦੇ ਕਈ ਪਿੱਠੂ ਸਾਡੇ ਸਾਥੀ ਪਿੱਤਲ ਭਰ ਗਏ, ਜੇਲ੍ਹਾਂ ਦੇ ਵਿੱਚ ਮੈਂਟਲ ਕਰਤੇ ਪ੍ਰੋਫੈਸਰ ਭੁੱਲਰ ਵਰਗੇ। ਕਦੋਂ ਛੱਡਣਾ ਬੰਦੀ ਸਿੰਘਾਂ ਨੂੰ, ਕਦੋਂ ਛੱਡਣੇ ਦੱਸ ਹਵਾਰੇ, ਮਰਦਾਂ ਦੇ ਨਾਲ ਮੱਥਾ ਐਵੇਂ ਲਾ ਨਾ ਤੂੰ ਸਰਕਾਰੇ। ਇਸ ਗਾਣੇ ਨੂੰ 1.5 ਦਿਨ ਦੇ ਵਿੱਚ ਹੀ ਰੈਡੀ ਕਰਕੇ, ਦਿੱਲੀ ਵਾਲਾ ਗਾਣਾ ਵੀ 29 ਤਰੀਕ ਨੂੰ ਰਿਲੀਜ਼ ਹੋਇਆ ਸੀ ਤੇ ਬੰਦੀ ਸਿੰਘ ਵੀ 29 ਨੂੰ। ਕਈ ਕਲਾਕਾਰ ਕੋਈ ਗੀਤ ਕਰਦੇ ਨੇ ਸਿਰਫ ਵੀ ਸਮੇਂ ਨਾਲ ਆਪਾਂ ਕਰੀਏ ਫੇਮ, ਅਸੀਂ ਉਹ ਨਹੀਂ ਵੀ ਅਸੀਂ ਫੇਮ ਦੇ ਲਈ ਕਦੇ ਕੁਛ ਨਹੀਂ ਕੀਤਾ। ਕਿਸਾਨੀ ਅੰਦੋਲਨ ਵੀ ਲੱਗਾ ਤਾਂ ਉਸ ਵੇਲੇ ਵੀ ਇੱਕ ਗੀਤ ਬੜੀ ਚਰਚਾ ਦੇ ਵਿੱਚ ਆਇਆ ਸੀ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ। ਹੁਣ ਇਸ ਗੀਤ ਦੀ ਕੀ ਕਹਾਣੀ ਸੀ? ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ, ਉਹਨਾਂ ਦੇ ਕਮੈਂਟ ਦੇ ਵਿੱਚ ਚੰਦ ਲੈਣਾ ਪਾਈਆਂ ਵੀ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ। ਬਾਰਡਰਾਂ ਤੇ ਤੇਰੇ ਨਹੀਂ ਕਿਸਾਨ ਡਟਿਆ, ਵਿਹੜੇ ਵਿੱਚ ਜਿਵੇਂ ਨਹੀਂ ਜਵਾਨ ਡਟਿਆ, ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ। ਪਿੱਛੇ ਜਦੋਂ ਟ੍ਰਿਬਿਊਟ ਟੂ ਸਿੱਧੂ ਮੂਸੇਵਾਲਾ ਅਸੀਂ ਕਰਿਆ ਸੀ, ਮੂਸੇਵਾਲੇ ਦੀ ਡੈਥ ਹੋਈ ਸੀ, ਉਹਦੇ ਵਿੱਚ ਅਸੀਂ ਵੀ ਫੇਲਰਾਂ ਨੂੰ ਜੱਗ ਦੇ ਮਖੌਲ ਮਿਲਦੇ, ਕਾਮਯਾਬੀਆਂ ਨੂੰ ਪਿਸਤੌਲ ਮਿਲਦੇ, ਬਾਜਾਂ ਨੂੰ ਨੇ ਪਿੰਜਰੇ 'ਚ ਚਾਹੁੰਦੇ ਡੱਕਣਾ, ਮਿੱਤਰਾ ਹੋਏ ਝੁੰਡ ਕਾਲੇ ਚਿੱਟੇ ਕਾਵਾਂ ਦੇ, ਬਾਪੂਆਂ ਦੇ ਮੋਢਿਆਂ ਤੇ ਚੁੱਕੀ ਅਰਥੀ, ਸਿਆਸਤਾਂ ਨੇ ਖਾਲੇ ਲੋਕੋ ਪੁੱਤ ਮਾਰ। ਸਾਡਾ ਇਤਿਹਾਸ ਤੂੰ ਪੁੱਛੀ, ਤੇਗਾਂ ਤਲਵਾਰਾਂ ਨੂੰ ਐਵੇਂ ਨਹੀਂ ਫਤਿਹ ਬੁਲਾਉਂਦੀ ਖਲਕਤ ਸਰਦਾਰਾਂ ਨੂੰ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ। ਇਸ ਵਕਤ ਅਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ ਤਾਂ ਮੇਰੇ ਪਿੱਛੇ ਤੁਸੀਂ ਕਿਤਾਬ ਘਰ ਦੇਖ ਰਹੇ ਹੋਵੋਗੇ। ਕਿਤਾਬ ਘਰ ਦੀ ਇੱਥੇ ਜ਼ਰੂਰਤ ਕਿਉਂ ਹੈਗੀ ਹੈ? ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਸ਼ਬਦਾਂ ਦੀ ਜੰਗ ਜਿੱਤ ਜਾਂਦੇ ਹੋ ਤਾਂ ਤੁਹਾਡੀ ਅੱਧੀ ਬਾਜੀ ਜਿਹੜੀ ਤੁਸੀਂ ਆਪਣੇ ਆਪ ਜਿੱਤ ਜਾਂਦੇ ਹੋ। ਤਾਂ ਜਦੋਂ ਸ਼ਬਦਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਸ਼ਬਦਾਂ ਦੇ ਸੌਦਾਗਰ ਬਹੁਤ ਨੇ, ਪਰ ਉਹਨਾਂ ਦੇ ਵਿੱਚੋਂ ਬਹੁਤ ਗਿਣੇ ਚੁਣੇ ਇੱਦਾਂ ਦੇ ਹੁੰਦੇ ਨੇ ਜਿਹੜੇ ਲੋਕਾਂ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ। ਸਾਡੇ ਨਾਲ ਇੱਕ ਇੱਦਾਂ ਦੇ ਸ਼ਖਸ ਨੇ ਜਿਹੜੇ ਲੋਕਾਂ ਦੇ ਨਾਲ ਜੁੜੀ ਹੋਈ ਗੱਲ ਕਰਦੇ ਨੇ। ਬਿੰਦਰ ਮਾਨ ਰਾਈਟਰ ਨੇ, ਲਿਖਾਰੀ ਨੇ। ਇਹਨਾਂ ਦੇ ਗੀਤ ਤੁਸੀਂ ਬੇਸ਼ੱਕ ਵੱਖ-ਵੱਖ ਗਾਇਕਾਂ ਦੇ ਮੂੰਹੋਂ ਸੁਣੇ ਹੋਣਗੇ, ਪਰ ਤੁਹਾਨੂੰ ਇਹਨਾਂ ਦੇ ਬਾਰੇ ਘੱਟ ਸ਼ਾਇਦ ਨੌਲੇਜ ਹੋਵੇ। ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਹੜੇ-ਕਿਹੜੇ ਗੀਤ ਲਿਖੇ, ਕਿਸਾਨ ਅੰਦੋਲਨ ਦੇ ਵਿੱਚ ਗੀਤ ਲਿਖੇ ਤੇ ਹੁਣ ਬੰਦੀ ਸਿੰਘ ਵਾਲੇ ਵੀ ਗੀਤ ਲਿਖੇ। ਉਹ ਗੀਤ ਦੇ ਬੋਲ ਜਦੋਂ ਇਹਨਾਂ ਦੇ ਜ਼ੁਬਾਨੀ ਸੁਣਾਂਗੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਕੌਣ ਹੈਗਾ ਇਹ ਬਿੰਦਰ ਮਾਨ। ਬਿੰਦਰ ਮਾਨ, ਅਕਸਰ ਇਹ ਹੁੰਦਾ ਕਿ ਕਲਮ ਵਾਲੇ ਲੋਕਾਂ ਨੂੰ ਬਹੁਤੇ ਨਹੀਂ ਜਾਣਦੇ ਲੋਕੀ, ਤੇ ਜਿਹੜੇ ਗਾਇਕ ਹੁੰਦੇ, ਜਿਹੜੇ ਗੀਤ ਗਾਉਂਦੇ ਉਹ ਜਾਣ ਲੈਂਦੇ ਨੇ। ਅੱਜ ਜੇ ਅਸੀਂ ਇਸ ਮੋਰਚੇ ਦੀ ਗੱਲ ਕਰੀਏ, ਇੱਥੇ ਪਹੁੰਚੇ ਹੋ, ਸਭ ਤੋਂ ਪਹਿਲਾਂ ਆਪਾਂ ਮੋਰਚੇ ਦੀ ਗੱਲ ਕਰ ਲਈਏ। ਮੋਰਚੇ ਦੇ ਆਉਣ ਦਾ ਮਕਸਦ ਕੀ ਸੀਗਾ? ਇੱਥੇ ਆਣ ਕੇ ਕੀ ਨਜ਼ਰ ਆਇਆ ਹੈਗਾ? ਮੋਰਚੇ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਆਪਣੀ ਸੇਵਾ ਤਾਂ ਪਹਿਲਾਂ ਹੀ ਨਿਭਾ ਚੁੱਕੇ ਸੀ ਤੇ ਮੈਂ ਕਹਿੰਦਾ ਵੀ ਉਹ ਅਕਾਲ ਪੁਰਖ ਦੀ ਸਾਨੂੰ ਇੱਕ ਮੱਤ ਸੀ ਵੀ ਸਾਨੂੰ ਇੱਕ ਹਾਂ ਦਾ ਨਾਰਾ ਮਾਰਨਾ ਚਾਹੀਦਾ ਤਾਂ ਜੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਜੀਆਂ ਰੂਹਾਂ ਦੇ ਵਿੱਚ ਕਹਿ ਲਓ ਵੀ ਇੱਕ ਜਾਗਰਤੀ ਭਰੀ ਜਾਵੇ, ਅਸੀਂ ਉਹਨਾਂ ਨੂੰ ਜੋਸ਼ ਵੰਡ ਸਕੀਏ। ਇਸ ਤੋਂ ਪਹਿਲਾਂ ਮੈਂ ਤੇ ਬਾਈ ਰੇਸ਼ਮ ਅਨਮੋਲ ਨੇ ਇੱਕ ਕਰਿਆ ਵੀ ਆਪਾਂ ਨੂੰ ਬੰਦੀ ਸਿੰਘਾਂ ਤੇ ਵੀ ਇਹ ਕੁਛ ਨਾ ਕੁਛ ਕਰਨਾ ਚਾਹੀਦਾ, ਜਿੱਦਾਂ ਆਪਾਂ ਕਿਸਾਨ ਅੰਦੋਲਨ ਤੇ ਕਰਿਆ। ਅਸੀਂ ਉਸ ਦੇ ਬਾਬਤ ਸਾਡੇ ਵਿੱਚ ਉਹ ਗੱਲ ਹੋਈ ਤਾਂ ਅਸੀਂ ਜਿਵੇਂ ਕਿਹਾ ਵੀ ਸੈਂਟਰ ਦੇ ਕਈ ਪਿੱਠੂ ਸਾਡੇ ਸਾਥੀ ਪਿੱਤਲ ਭਰ ਗਏ, ਜੇਲ੍ਹਾਂ ਦੇ ਵਿੱਚ ਮੈਂਟਲ ਕਰਤੇ ਪ੍ਰੋਫੈਸਰ ਭੁੱਲਰ ਵਰਗੇ। ਕਦੋਂ ਛੱਡਣਾ ਬੰਦੀ ਸਿੰਘਾਂ ਨੂੰ, ਕਦੋਂ ਛੱਡਣੇ ਦੱਸ ਹਵਾਰੇ, ਮਰਦਾਂ ਦੇ ਨਾਲ ਮੱਥਾ ਐਵੇਂ ਲਾ ਨਾ ਤੂੰ ਸਰਕਾਰੇ, ਮਰਦਾਂ ਦੇ ਨਾਲ ਮੱਥਾ ਐਵੇਂ ਲਾ ਨਾ ਤੂੰ ਸਰਕਾਰੇ। ਵੀ ਸਾਡੇ ਇਸ ਗੀਤ ਨੂੰ ਕਹਿ ਲਓ ਬੜਾ ਭਰਮਾ ਹੰਗਾਰਾ ਵੀ ਮਿਲਿਆ ਤੇ ਅਸੀਂ ਆਪਣੇ ਵੱਲੋਂ ਜੋ ਪਰਮਾਤਮਾ ਨੇ ਸਾਨੂੰ ਸੇਵਾ ਲਾਈ ਉਹ ਸੇਵਾ ਨਿਭਾ ਕੇ ਖੁਦ ਨੂੰ ਸਕੂਨ ਵੀ ਮਿਲਿਆ। ਬਿੰਦਰ ਭਾਈ, ਜਦੋਂ ਇਦਾਂ ਦੇ ਗੀਤ ਲਿਖਣੇ ਹੁੰਦੇ ਤਾਂ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ, ਤੇ ਇਹ ਜਦੋਂ ਗੀਤ ਲਿਖਣਾ ਸੀ ਮੈਨੂੰ ਪਤਾ ਲੱਗਿਆ ਕਿ ਅਨਮੋਲ ਵੀਰ ਨੇ ਤੁਹਾਡੇ ਤੋਂ ਉੱਚੇ ਤੌਰ ਤੇ ਡਿਮਾਂਡ ਕੀਤੀ ਕਿ ਕੁਝ ਇੱਦਾਂ ਦਾ ਲਿਖਿਆ ਜਾਵੇ। ਫਿਰ ਰਿਸਰਚ ਕਰਨੀ ਪਈ, ਪੜ੍ਹਿਆ, ਕਿਤਾਬਾਂ ਪੜ੍ਹੀਆਂ, ਖੰਗਾਲੇ ਤੱਥ ਕਿ ਕੀ ਲਿਖਣਾ ਪੈਣਾ ਇਸ ਗੀਤ ਦੇ ਵਿੱਚ। ਦੇਖੋ ਆਲਰੇਡੀ ਮੈਂ ਪਹਿਲਾਂ ਹੀ ਬਹੁਤ ਸਾਰਾ ਲਿਟਰੇਚਰ ਪੜ੍ਹਦਾ ਰਹਿਣਾ ਗਾ। ਮੈਂ ਲਿਟਰੇਚਰ ਦੇ ਵਿੱਚ ਵੀ ਧੂੜਾ ਨੇ ਸਰਵੱਤ ਤੇ ਧਰਤ ਸਲੇਟੀ ਜਿਹੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਨੂੰ ਬੜਾ ਪਿਆਰ ਮੁਹੱਬਤ ਮਿਲੀ, ਤੇ ਮੈਨੂੰ ਇਹਨਾਂ ਚੀਜ਼ਾਂ ਦਾ ਪਹਿਲਾਂ ਹੀ ਕਹਿ ਲਓ ਗਿਆਨ ਸੀ ਵੀ ਆਹ ਆਪਣੇ ਮੁੱਦੇ ਮੌਜੂਦਾ ਸਮਾਂ ਦੇ ਵਿੱਚ ਹੋਏ ਤਾਂ ਅਸੀਂ ਦਿੱਲੀ ਵਾਲੇ ਗੀਤ ਵਾਂਗੂ ਇਸ ਗਾਣੇ ਨੂੰ ਵੀ 1.5 ਦਿਨ ਦੇ ਵਿੱਚ ਹੀ ਰੈਡੀ ਕਰਕੇ
ਦਿੱਲੀ ਵਾਲਾ ਗਾਣਾ ਵੀ 29 ਤਰੀਕ ਨੂੰ ਰਿਲੀਜ਼ ਹੋਇਆ ਸੀ ਤੇ ਬੰਦੀ ਸਿੰਘ ਵੀ 29 ਨੂੰ ਰਿਲੀਜ਼ ਹੋਇਆ। ਇੱਕ ਬੜੀ ਅਹਿਮ ਚੀਜ਼ ਜਦੋਂ ਅਸੀਂ ਇਸ ਮੋਰਚੇ ਦੀ ਗੱਲ ਕਰੀ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਡਿਮਾਂਡ ਵੀ ਇਹ ਹੁੰਦੀ ਕਿ ਮੌਕਾ ਹੈਗਾ ਤੇ ਆਪਾਂ ਮੌਕੇ ਤੇ ਗੀਤ ਕਰ ਦਈਏ। ਤਾਂ ਇਹ 1.5 ਦਿਨ ਦੇ ਵਿੱਚ ਜਿਹੜਾ ਗੀਤ ਬਣਿਆ ਤਾਂ ਇਹਦੇ ਵਿੱਚ ਕਿਸ ਤਰੀਕੇ ਨਾਲ ਪੂਰੀ ਇਹਦੀ ਕਾਰਵਾਈ ਤੁਸੀਂ ਉਲੀਕੀ, ਕਿਸ ਤਰੀਕੇ ਨਾਲ ਕਿਹੜੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਇਹਦੇ ਵਿੱਚ? ਦੇਖੋ ਕਈ ਕਲਾਕਾਰ ਕੋਈ ਗੀਤ ਕਰਦੇ ਨੇ ਸਿਰਫ ਵੀ ਸਮੇਂ ਨਾਲ ਆਪਾਂ ਕਰੀਏ ਫੇਮ, ਅਸੀਂ ਉਹ ਨਹੀਂ ਵੀ ਅਸੀਂ ਫੇਮ ਦੇ ਲਈ ਕਦੇ ਕੁਝ ਨਹੀਂ ਕੀਤਾ ਹੈਗਾ। ਠੀਕ ਹੈ, ਅਸੀਂ ਸਿਰਫ ਕਰ ਰਹੇ ਹਾਂ, ਆਪਣਾ ਫਰਜ਼ ਨਿਭਾ ਰਹੇ ਹਾਂ ਜੋ ਇਨਸਾਨ ਹੋਣ ਦੇ ਨਾਤੇ ਹਨਾ ਸਾਡਾ ਫਰਜ਼ ਬਣਦਾ ਗਾ, ਅਸੀਂ ਉਹ ਚੀਜ਼ਾਂ ਨਿਭਾ ਰਹੇ ਹਾਂਗੇ। ਜਦੋਂ ਬਾਈ ਦਾ ਮੈਨੂੰ ਕਾਲ ਆਇਆ ਤਾਂ ਉਹਨਾਂ ਨੇ ਫੋਨ ਕਰਿਆ, ਕਹਿੰਦੇ ਵੀਰੇ ਵੀ ਇਹਦੇ ਵਿੱਚ ਕੁਝ ਹੋਰ ਪਾਉਣਾ ਚਾਹੁੰਦੇ ਹੋ? ਮੈਂ ਕਿਹਾ ਵੀਰ ਜੀ ਆਲਰੇਡੀ ਇਹਦੇ ਵਿੱਚ ਆਪਾਂ 5 ਮੁੱਦਿਆਂ ਨੂੰ ਹਨਾ ਟਾਰਗੇਟ ਕੀਤਾ, 5 ਉਹ ਮੁੱਦੇ ਲਿਖੇ ਨੇ ਜੋ ਆਪਣੇ ਸਮਾਜ ਦੇ ਲਈ, ਆਪਣੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਸਾਰੇ ਚੀਜ਼ਾਂ ਤੁਸੀਂ ਕਦੇ ਉਹਨੂੰ ਗੀਤ ਨੂੰ ਧਿਆਨ ਨਾਲ ਸੁਣ ਕੇ ਦੇਖਿਓ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਵੀ ਮਰਦਾਂ ਦੇ ਨਾਲ ਮੱਥਾ ਐਵੇਂ ਲਾ ਨਾ ਤੂੰ ਸਰਕਾਰੇ ਗੀਤ ਕੀ ਹੈ ਤੇ ਕੀ ਸਮੇਂ ਦੀ ਮੰਗ ਆ ਤੇ ਕਿਹੜੀਆਂ ਚੀਜ਼ਾਂ ਇਹਨਾਂ ਵਿੱਚ ਪਾਈਆਂ ਗਈਆਂ। ਹੁਣ ਇੱਕ ਬੜਾ ਅਹਿਮ ਗੀਤ ਜਿਹਦਾ ਅਸੀਂ ਕਿਸਾਨੀ ਦਾ ਜ਼ਿਕਰ ਕਰਦੇ ਹਾਂ, ਕਿਸਾਨੀ ਅੰਦੋਲਨ ਵੀ ਲੱਗਾ ਤਾਂ ਉਸ ਵੇਲੇ ਵੀ ਇੱਕ ਗੀਤ ਬੜੀ ਚਰਚਾ ਦੇ ਵਿੱਚ ਆਇਆ ਸੀ, ਤੈਨੂੰ ਦਿੱਲੀ ਇਹ ਨਹੀਂ ਜਿੱਤ ਕੇ ਪੰਜਾਬ ਚੱਲਿਆ। ਹੁਣ ਇਸ ਗੀਤ ਦੀ ਕੀ ਕਹਾਣੀ ਸੀਗੀ ਉਸ ਵੇਲੇ? ਇਸ ਗੀਤ ਦੀ ਕਹਾਣੀ ਇਹ ਸੀ, ਦੇਖੋ ਟਿਕਰੀ ਬਾਰਡਰ ਦੇ ਉੱਤੇ ਬਾਈ ਜੀ ਜਾ ਰਹੇ ਸੀ ਸ਼ੋਅ ਲਾਉਣ ਵਾਸਤੇ। ਕਹਿ ਲਓ ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀ, ਉਹਨਾਂ ਦੇ ਕਮੈਂਟ ਦੇ ਵਿੱਚ ਚੰਦ ਲੈਣਾ ਪਾਈਆਂ ਵੀ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ। ਉਹ ਮੈਂ ਕੱਲ ਵੀ ਬਾਈ ਜੀ ਕੋਲ ਸੀ ਤਾਂ ਮੈਨੂੰ ਉਹਨਾਂ ਦੇ ਕਹਿ ਲਓ ਡਰਾਈਵਰ ਸੀ ਜਾਂ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਕਿਹਾ ਬਾਈ ਨੂੰ ਵੀ ਆਹ ਗਾਣਾ ਰਿਕਾਰਡ ਕਰ। ਇੱਕ ਕਮੈਂਟ ਦੇ ਜ਼ਰੀਏ ਕਹਿ ਲਾ ਵੀ ਕੁਦਰਤ ਨੇ ਇਹ ਚੀਜ਼ ਨੂੰ ਪਲਾਨ ਕੀਤਾ, ਬੰਦੀ ਸਿੰਘ ਵੀ ਕੁਦਰਤ ਵੱਲੋਂ ਪਲਾਨ ਕੀਤੀਆਂ ਹੋਈਆਂ ਗੱਲਾਂ ਸੀ ਤੇ ਵੀ ਹਮੇਸ਼ਾ ਇਹਨਾਂ ਨੂੰ ਕਹਿ ਲਓ ਵੀ ਪੁੱਜ ਕੇ ਹੰਗਾਰਾ ਮਿਲਿਆ, ਮਿਲਦਾ ਰਹੂ ਜਿਵੇਂ ਉਹਦਾ ਵਿੱਚ। ਉਹ ਕਮੈਂਟ ਤੁਸੀਂ ਕੀਤਾ ਸੀ? ਹਾਂਜੀ, ਮੈਂ ਉਹਨਾਂ ਲਾਈਵ ਹੋਏ ਬੈਠੇ ਸੀਗੇ ਤੇ ਲਾਈਵ ਦੇ ਉੱਤੇ ਕਮੈਂਟ ਕੀਤਾ ਤਾਂ ਮੁੜ ਕੇ ਉਹਨਾਂ ਦੇ ਮੈਨੂੰ ਮੈਸੇਜ ਆ ਗਏ, ਉਹਨਾਂ ਦੇ ਮੈਨੇਜਰ ਸਾਹਿਬ ਦੀ ਕਾਲ ਆ ਗਈ। ਫਿਰ ਤਾਂ ਇਹ ਕਹਿ ਲਓ ਵੀ ਅਸੀਂ ਰਾਤੋਂ ਰਾਤ ਉਹ ਗਾਣਾ ਰਿਕਾਰਡ ਕੀਤਾ, ਬਸ ਉਹਦੀ ਪਤਾ ਲੱਗਿਆ ਵੀ ਜਦੋਂ ਰਿਕਾਰਡ ਕਰਕੇ ਅਸੀਂ ਲੋਕਾਂ ਦੇ ਵਿੱਚ ਲੈ ਕੇ ਆਏ। ਉਹ ਤੁਸੀਂ ਪਹਿਲੀ ਲਿਖ ਲਿਆ ਸੀ ਗਾਣਾ ਤੇ ਉਹਦੀਆਂ 2 ਲਾਈਨਾਂ ਸ਼ੇਅਰ ਕੀਤੀਆਂ ਸੀ ਜਾਂ ਉਹ ਸ਼ੇਅਰ ਕੀਤੀਆਂ ਲਾਈਨਾਂ ਤੋਂ ਬਾਅਦ ਗਾਣਾ ਬਣਿਆ? ਮੈਂ ਉਹ ਗੀਤ ਨਹੀਂ ਲਿਖਿਆ ਸੀ, ਮੈਂ ਇੱਕ ਕਵਿਤਾ ਲਿਖੀ ਸੀ। ਮੈਂ ਕਵਿਤਾ ਉਹਨਾਂ ਦੇ ਵੈਸੇ ਕਮੈਂਟ ਦੇ ਵਿੱਚ ਪਾਤੀ। ਉਹ ਕਵਿਤਾ ਦੇ ਵਿੱਚ ਇਹ ਲੈਣਾ ਸੀ, ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ। ਕੁਝ ਲਾਈਨਾਂ ਇਹਦੀਆਂ ਸਾਂਝੀਆਂ ਜ਼ਰੂਰ ਕਰ ਦਿਓ, ਦਰਸ਼ਕਾਂ ਨੂੰ ਪਤਾ ਲੱਗ ਜਾਵੇ। ਹਾਂਜੀ, ਜਿਵੇਂ ਕਹਿੰਦੇ ਹੁੰਦੇ ਆ ਬਾਰਡਰਾਂ ਤੇ ਤੇਰੇ ਨਹੀਂ ਕਿਸਾਨ ਡਟਿਆ, ਵਿਹੜੇ ਵਿੱਚ ਜਿਵੇਂ ਨਹੀਂ ਜਵਾਨ ਡਟਿਆ, ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ। ਸੈਂਕੜੇ ਕਿਸਾਨਾਂ ਦਿੱਤੀਆਂ ਸ਼ਹਾਦਤਾਂ ਤਾਂ ਵੀ ਤੇਰੀਆਂ ਬਦਲੀਆਂ ਨਾ ਆਦਤਾਂ, ਸੈਂਕੜੇ ਕਿਸਾਨਾਂ ਦਿੱਤੀਆਂ ਸ਼ਹਾਦਤਾਂ ਤਾਂ ਵੀ ਤੇਰੀਆਂ ਨਾ ਬਦਲੀਆਂ ਆਦਤਾਂ, ਕਹਿੰਦਾ ਬਿੰਦਰ ਹਿਲਾ ਕੇ ਤੇਰਾ ਤਾਜ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲਿਆ, ਤੈਨੂੰ ਦਿੱਲੀ ਨਹੀਂ ਜਿੱਤ ਕੇ ਪੰਜਾਬ। ਮੈਨੂੰ ਲੱਗਦਾ ਇਹ ਗੀਤ ਜਦੋਂ ਤੁਸੀਂ ਲਿਖਿਆ ਹੋਣਾ ਸ਼ਾਇਦ ਇੰਨਾ ਸੋਚਿਆ ਨਹੀਂ ਹੋਣਾ ਕਿ ਇੰਨਾ ਮਕਬੂਲ ਹੋ ਜਾਣਾ। ਇਹ ਤਾਂ ਕੱਲੇ ਟਰੈਕਟਰ ਤੇ ਉਦੋਂ ਵੱਜ ਰਿਹਾ ਸੀ ਜਦੋਂ ਸਾਰੇ ਵਾਪਸੀ ਕਰ ਰਹੇ ਸੀ ਉਸ ਅੰਦੋਲਨ ਨੂੰ ਜਿੱਤ ਕੇ। ਤਾਂ ਜਦੋਂ ਗੀਤ ਦੇ ਬੋਲ ਤੁਹਾਡੇ ਕੰਨਾਂ 'ਚ ਪੈ ਰਹੇ ਸੀਗੇ ਤਾਂ ਲੱਗਿਆ ਸੀਗਾ ਵੀ ਹਾਂ ਵੀ ਬਿੰਦਰ ਵੀ ਸਹੀ ਪਾਸੇ ਲਿਖਿਆ ਗਿਆ, ਸਹੀ ਪਾਸੇ ਲਿਖਣ ਲੱਗ ਗਿਆ। ਨਹੀਂ ਬਿਲਕੁਲ, ਮੈਂ ਕਹਿੰਦਾ ਵੀ ਮੈਨੂੰ ਇਹ ਨਹੀਂ ਪਤਾ ਸੀ ਵੀ ਯਾਰ ਹਮੇਸ਼ਾ ਸੋਚਦਾ ਵੀ ਕੁਝ ਵੱਡਾ ਕਰਨਾ ਹੈ ਨਾ ਜ਼ਿੰਦਗੀ ਦੇ ਵਿੱਚ। ਤੇ ਮੈਨੂੰ ਕਈ ਵਾਰੀ ਕੋਈ ਵੱਡਾ ਗੀਤਕਾਰ ਕਹਿ ਜਾਂਦਾ, ਕੋਈ ਮਿਹਣਾ ਜਾਂ ਕਿੱਦਾਂ ਕੁਝ ਵੀ ਆਪਣੇ ਪਿੰਡਾਂ ਦਾ ਮਾਹੌਲ ਕੀ ਹੁੰਦਾ ਨਾ, ਤੇ ਪ੍ਰਮਾਤਮਾ ਨੇ ਮੈਥੋਂ ਵੱਡੀ ਚੀਜ਼ ਕਰਵਾਈ। ਇਤਿਹਾਸ ਦੇ ਵਿੱਚ ਨਾਂ ਦਰਜ ਹੋਇਆ, ਇੱਕ ਸੱਚ ਲਿਖਿਆ ਗਿਆ, ਇੱਕ ਕਿਸਾਨ ਮੋਰਚੇ ਦੀ ਜਿੱਤ ਦੀ ਫਤਿਹ ਇਬਾਰਤ ਲਿਖੀ ਗਈ। ਤਾਂ ਮੈਂ ਬੜਾ ਹਨਾ ਮਾਲਕ ਦਾ ਸ਼ੁਕਰਗੁਜ਼ਾਰ ਕਰਦਾਂਗਾ ਤੇ ਵੀ ਜੋ ਮੇਰੇ ਹੱਥ ਇਹ ਕਲਮ ਆਈ। ਅਸੀਂ ਇਹ ਨਹੀਂ ਹੈਗਾ ਪਿੱਛੇ ਜਦੋਂ ਟ੍ਰਿਬਿਊਟ ਟੂ ਸਿੱਧੂ ਮੂਸੇਵਾਲਾ ਅਸੀਂ ਕਰਿਆ ਸੀ, ਮੂਸੇਵਾਲੇ ਦੀ ਡੈਥ ਹੋਈ ਸੀ, ਉਹਦੇ ਵਿੱਚ ਅਸੀਂ ਵੀ ਫੇਲਰਾਂ ਨੂੰ ਜੱਗ ਦੇ ਮਖੌਲ ਮਿਲਦੇ, ਕਾਮਯਾਬੀਆਂ ਨੂੰ ਪਿਸਤੌਲ ਮਿਲਦੇ, ਬਾਜਾਂ ਨੂੰ ਨੇ ਪਿੰਜਰੇ 'ਚ ਚਾਹੁੰਦੇ ਡੱਕਣਾ, ਮਿੱਤਰਾ ਹੋਏ ਝੁੰਡ ਕਾਲੇ ਚਿੱਟੇ ਕਾਵਾਂ ਦੇ, ਬਾਪੂਆਂ ਦੇ ਮੋਢਿਆਂ ਤੇ ਚੁੱਕੀ ਅਰਥੀ, ਸਿਆਸਤਾਂ ਨੇ ਖਾਲੇ ਲੋਕੋ ਪੁੱਤ ਮਾਵਾਂ ਦੇ, ਸਿਆਸਤਾਂ ਨੇ ਖਾਲੇ ਲੋਕੋ ਪੁੱਤ ਮਾਵਾਂ ਦੇ। ਬੜੀਆਂ ਅਹਿਮ ਚੀਜ਼ਾਂ ਲਿਖ ਰਹੇ ਹੋ ਤੁਸੀਂ, ਜ਼ਿਕਰ ਵੀ ਕੀਤਾ ਕਿ ਕਿਤਾਬਾਂ ਵੀ ਲਿਖੀਆਂ ਨੇ। ਬਿੰਦਰ, ਇਹ ਉਹ ਚੀਜ਼ਾਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਗਈਆਂ। ਕੋਈ ਇਦਾਂ ਦੀ ਚੀਜ਼, ਇਦਾਂ ਦੀ ਕਵਿਤਾ ਲਿਖੀ ਹੋਵੇ ਜਿਹੜੀ ਤੁਸੀਂ ਇਸ ਵੇਲੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਤੇ ਤੁਹਾਡੇ ਦਿਲ ਦੇ ਬੜੀ ਨਜ਼ਦੀਕ ਹੋਵੇ, ਬੜਾ ਸ਼ਿੱਦਤ ਨਾਲ ਲਿਖਿਆ ਹੋਵੇ ਕੁਝ? ਦੇਖੋ, ਹਰ ਚੀਜ਼, ਪਹਿਲੀ ਗੱਲ ਤਾਂ ਮੈਂ ਹਰ ਚੀਜ਼ ਸਿੱਧਤ, ਸਿਰੜ ਜਾਂ ਸਿਦਕ ਦੇ ਨਾਲ ਕੰਮ ਕਰਦਾ ਨਾ, ਕਦੇ ਉਹਨੂੰ ਫਾਰਮੈਲਿਟੀ ਜਾਂ ਕੋਸ਼ਿਸ਼ ਨਹੀਂ ਕਰੀ। ਮੈਂ ਪਿੱਛੇ ਜੇ ਇੱਕ ਗੱਲ ਲਿਖੀ ਸੀ ਵੀ ਨੱਚਦੇ ਦਸਤਾਰ ਨੇ ਨੀਲੇ, ਸੂਰਜ ਦੀ ਸਾਤੀ ਤੇ ਖੰਡਿਆਂ ਨੂੰ ਬੜੇ ਭਰੋਸੇ ਮੁੱਢੋਂ ਹੀ ਦਾਤੀ ਤੇ, ਸਾਡਾ ਇਤਿਹਾਸ ਤੂੰ ਪੁੱਛੀ ਤੇਗਾਂ ਤਲਵਾਰਾਂ ਨੂੰ, ਐਵੇਂ ਨਹੀਂ ਫਤਿਹ ਬੁਲਾਉਂਦੀ ਖਲਕਤ ਸਰਦਾਰਾਂ ਨੂੰ, ਐਵੇਂ ਨਹੀਂ ਫਤਿਹ ਬੁਲਾਉਂਦੀ ਖਲਕਤ ਸਰਦਾਰਾਂ ਨੂੰ, ਬਾਣੀ ਦੇ ਰੰਗ ਬਰਕਤੀ ਦੇਹਾਂ ਵਿੱਚ ਰਮਦੇ ਨੇ, ਜੰਗਾਂ ਤੋਂ ਨਸਲੀ ਯੋਧੇ ਡਰ ਕੇ ਨਾ ਭੰਮਦੇ ਨੇ, ਹੱਕਾਂ ਲਈ ਸਦਾ ਵਰਤੀਏ ਖੁੰਡੇ ਹਥਿਆਰਾਂ ਨੂੰ, ਐਵੇਂ ਨਹੀਂ ਫਤਿਹ ਬੁਲਾਉਂਦੀ ਖਲਕਤ ਸਰਦਾਰਾਂ ਨੂੰ,
ਐਵੇਂ ਨਹੀਂ ਫਤਿਹ ਬੁਲਾਉਂਦੀ ਖਲਕ ਸਰਦਾਰਾਂ। ਮੈਨੂੰ ਲੱਗਦਾ ਇਹ ਗੀਤ ਵੀ ਸ਼ਾਇਦ ਹੁਣ ਲੋਕਾਂ ਤੱਕ ਪਹੁੰਚ ਗਏ ਹੋਣਗੇ, ਲਫ਼ਜ਼ ਵੀ, ਤੇ ਇਹਨੂੰ ਵੀ ਕੋਈ ਨਾ ਕੋਈ ਗੀਤ ਦਾ ਰੂਪ ਦੇਣ ਦੀ ਕੋਸ਼ਿਸ਼ ਕਰੇਗਾ। ਮਿੰਦਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਸਮਾਂ ਦਿੱਤਾ ਤੇ ਇੰਨੀ ਵਧੀਆ ਸੇਵਾ ਤੁਸੀਂ ਨਿਭਾ ਰਹੇ ਹੋ। ਹਾਂਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ, ਜੋ ਮੇਰੀਆਂ ਸੱਚ ਦੀਆਂ ਲਿਖੀਆਂ ਲਿਖਤਾਂ ਨੂੰ ਤੁਸੀਂ ਕਹਿ ਲਓ ਸਰੋਤਾਂ ਦੇ ਰੂਬਰੂ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ। ਮਿੰਦਰ, ਆਖਰੀ ਸਵਾਲ ਮੈਨੂੰ ਇਹ ਹੁਣ, ਕਿਉਂਕਿ ਤੁਸੀਂ ਗੱਲ ਕੀਤੀ, ਜਦੋਂ ਬੰਦਾ ਇਦਾਂ ਦੀਆਂ ਚੀਜ਼ਾਂ ਲਿਖਦਾ ਹੁੰਦਾ ਨਾ, ਫਿਰ ਉੱਪਰੋਂ ਪ੍ਰੈਸ਼ਰ ਵੀ ਬੜਾ ਪੈਂਦਾ ਹੁੰਦਾ। ਇਦਾਂ ਦੇ ਹਾਲਾਤ ਤਾਂ ਨਹੀਂ ਬਣੇ ਕਿ ਪ੍ਰੈਸ਼ਰ ਵੀ ਪਿਆ ਵੀ ਇਦਾਂ ਦੀਆਂ ਚੀਜ਼ਾਂ ਨਾ ਲਿਖੋ? ਨਹੀਂ, ਦੇਖੋ ਕਹਿਣ ਵਾਲੇ ਹੁੰਦੇ ਨੇ ਯਾਰ ਵੀ ਤੁਸੀਂ ਇੱਦਾਂ ਇੱਦਾਂ, ਕਿਉਂਕਿ ਮੈਂ ਤਾਂ ਹਮੇਸ਼ਾ ਇੱਕ ਗੱਲ ਜੀ ਲੈ ਕੇ ਚੱਲਿਆ ਹੋਇਆ ਵੀ ਸਮੇਂ ਦੀ ਮੰਗ, ਸਮੇਂ ਦਾ ਸੱਚ। ਜੋ ਇਨਸਾਨ ਕਲਮ, ਉਹ ਕਵੀ ਜਾਂ ਲੇਖਕ ਕਦੇ ਨਹੀਂ ਹੋ ਸਕਦਾ ਜੋ ਆਪਣੇ ਸਮਾਜ ਦੇ ਲਈ ਨਹੀਂ ਲਿਖ ਸਕਦਾ, ਜੋ ਸਿਆਸਤਾਂ ਦੇ ਲਈ ਨਹੀਂ ਲਿਖ ਸਕਦਾ। ਮੈਂ ਇਹ ਸੋਚ ਕੇ ਚੱਲਿਆ, ਮੈਂ ਸਿਆਸਤ ਦੀਆਂ ਜੋ ਕਹਿ ਲਓ ਵੀ ਰਾਜਨੀਤੀਆਂ, ਉਹਨਾਂ 'ਤੇ ਵੀ ਕੋਰਾ ਚਿੱਟਾ ਸੱਚ ਲਿਖਣਾਗਾ, ਮੈਂ ਸਮਾਜ 'ਤੇ ਵੀ ਕੋਰਾ ਚਿੱਟਾ ਸੱਚ ਲਿਖਣਾ। ਬਾਕੀ ਜੋ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਮਨਜ਼ੂਰ ਹੋਇਆ ਆਪਾਂ ਕਰਾਂਗੇ। ਬਹੁਤ ਸ਼ੁਕਰੀਆ, ਧੰਨਵਾਦ ਜੀ। ਸੋ ਇਸ ਨੂੰ ਬਿੰਦਰ ਮਾਨ ਲਿਖਾਰੀ ਨੇ, ਆਪਣੇ ਗੀਤਾਂ ਦੇ ਨਾਲ ਲੋਕਾਂ ਤੱਕ ਪਹੁੰਚ ਰੱਖਦੇ ਨੇ, ਪਰ ਅੱਜ ਤੁਹਾਡੇ ਰੂਬਰੂ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰੀਕੇ ਨਾਲ ਵੱਖ-ਵੱਖ ਗੀਤ, ਤੈਨੂੰ ਦਿੱਲੀ ਨੇ ਜਿੱਤ ਕੇ ਪੰਜਾਬ 'ਚ ਲਿਆ, ਉਹ ਵੀ ਇਹਨਾਂ ਦੀ ਕਲਮ ਦੇ ਵਿੱਚੋਂ ਨਿਕਲਿਆ, ਤੇ ਹੁਣ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਦੇ ਬਾਬਤ ਇੱਕ ਗੀਤ ਲਿਖਿਆ, ਉਹ ਵੀ ਲੋਕਾਂ ਦੇ ਤੱਕ ਪਹੁੰਚਿਆ ਹੈਗਾ। ਤਾਂ ਤਮਾਮ ਗੀਤ ਇਦਾਂ ਦੇ ਲਿਖ ਚੁੱਕੇ ਨੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕੇ ਨੇ, ਤਾਂ ਅੱਜ ਉਚੇਚੇ ਤੌਰ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਨੇ, ਤੇ ਕਹਿੰਦੇ ਨੇ ਕਿ ਭਵਿੱਖ ਦੇ ਵਿੱਚ ਵੀ ਇਦਾਂ ਦੇ ਗੀਤ ਲਿਖਦੇ ਰਹਿਣਗੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇੱਥੇ ਤੁਹਾਡੇ ਤੋਂ ਅੱਗ ਲੈਣੀ ਹੈ। ਬਹੁਤ ਬਹੁਤ ਧੰਨਵਾਦ।